ਹੈਲੋ ਗਾਇਜ਼, ਟੂਡੇ ਸਾਡਾ ਅੱਜ ਦਾ ਟੌਪਿਕ ਹੈਗਾ ਫਰਾਂਸ ਦੀ ਕ੍ਰਾਂਤੀ ਜਮਾਤ 9ਵੀਂ। ਸਭ ਤੋਂ ਪਹਿਲਾਂ ਅਸੀਂ ਜੋ ਵੀ ਹੈ ਸਾਡੇ ਕੋਲ ਲੂਈ 16 ਜੋ ਕਿ 1774 ਤੋਂ 1792 ਤੱਕ ਜਿਨ੍ਹਾਂ ਨੇ ਸ਼ਾਸਨ ਕੀਤਾ। ਨੈਕਸਟ ਸਾਡੇ ਕੋਲ ਆ ਜਾਂਦੀ ਹੈ ਮੈਰੀ ਐਂਟੋਨੀਟੀ ਐਂਡ ਨੈਕਸਟ ਸਾਡੇ ਕੋਲ ਆਉਂਦਾ ਹੈ ਗਾਇਜ਼ ਰਾਜਨੀਤਿਕ ਵਿਵਸਥਾ ਉਸ ਟਾਈਮ ਦੀ। ਉਸ ਟਾਈਮ ਕਿਸ ਤਰ੍ਹਾਂ ਦੀ ਰਾਜਨੀਤਿਕ ਵਿਵਸਥਾ ਪਾਈ ਜਾਂਦੀ ਸੀ? ਨਿਰਕੁਸ਼ ਰਾਜਤੰਤਰ ਸੀ। ਉਸ ਟਾਈਮ ਦਾ ਜਿਹੜਾ ਰਾਜਾ ਸੀ ਉਹ ਸਾਰੀਆਂ ਦੀਆਂ ਸਾਰੀਆਂ ਸ਼ਕਤੀਆਂ ਕਹਿ ਲਓ ਕਿ ਉਹਦੇ ਹੱਥ ਵਿੱਚ ਸੀ, ਔਰ ਜਿੰਨੀ ਵੀ ਸੱਤਾ ਦੀ ਪਾਵਰ ਸੀ ਉਹ ਆਪਣੀ ਮਨ ਮਰਜ਼ੀ ਨਾਲ ਉਸ ਸੱਤਾ ਦਾ ਪ੍ਰਯੋਗ ਪ੍ਰਜਾ ਉੱਪਰ ਕਰਦਾ ਸੀ। ਰਾਜਾ ਆਪਣੇ ਆਪ ਨੂੰ ਰੱਬ ਦਾ ਪ੍ਰਤੀਨਿਧ ਮੰਨਦਾ ਸੀ। ਉਸਨੂੰ ਇੱਦਾਂ ਲੱਗਦਾ ਸੀ ਕਿ ਉਹ ਰੱਬ ਦਾ ਭੇਜਿਆ ਹੋਇਆ ਦੂਤ ਹੈ ਜਾਂ ਪ੍ਰਤੀਨਿਧੀ ਹੈ। ਰਾਜਾ ਕਿਸੇ ਨੂੰ ਵੀ ਕਿਸੇ ਵੀ ਸਮੇਂ ਬਿਨਾਂ ਕਿਸੇ ਕਾਰਨ ਬੰਦੀ ਬਣਾ ਸਕਦਾ ਸੀ। ਉਸ ਨੂੰ ਕਿਸੇ ਨੂੰ ਬੰਦੀ ਬਣਾਉਣ ਲਈ ਕਿਸੇ ਤਰ੍ਹਾਂ ਦਾ ਕੋਈ ਕਾਰਨ ਨਹੀਂ ਦੱਸਣਾ ਪੈਂਦਾ ਸੀ। ਅੱਗੇ ਵਿਲਾਸਮਈ ਜੀਵਨ ਦੇ ਵਿੱਚ ਆ ਜਾਂਦਾ ਹੈ ਕਿ ਐਸ਼ ਪ੍ਰਸਤੀ ਵਾਲਾ ਜੀਵਨ ਜਿਹੜਾ ਸੀ ਉਹ ਜੀਂਦੇ ਸੀ। ਠੀਕ ਹੈ, ਉਹ ਬਹੁਤ ਹੀ ਕਹਿ ਲਓ ਅਮੀਰਾਂ ਵਾਲਾ ਜਾਂ ਪੂਰੀ ਐਸ਼ ਵਾਲਾ ਜੀਵਨ, ਜਿਸ ਦੇ ਵਿੱਚ ਆਪਣਾ ਖਾਣਾ ਪੀਣਾ ਰਹਿਣਾ ਬਹਿਣਾ ਸਭ ਬਹੁਤ ਵਧੀਆ ਤਰੀਕੇ ਨਾਲ ਕੀਤਾ ਜਾਂਦਾ ਸੀ। ਵਰਸੈਲਿਸ ਦੇ ਮਹਿਲਾਂ ਦੀ ਦੇਖ ਰੇਖ 'ਤੇ ਬੇਤਹਾਸ਼ਾ ਖਰਚ ਕੀਤਾ ਜਾਂਦਾ ਸੀ। ਉਸਨੇ ਕਈ ਮਹਿਲਾਵਾਂ ਰੱਖੀਆਂ ਹੋਈਆਂ ਸੀ। ਜੋ ਵੀ ਮਹਿਲਾਂ ਰੱਖੀਆਂ ਜਾਂਦੀਆਂ ਸੀ ਉਹ ਬਹੁਤ ਜ਼ਿਆਦਾ ਉਹਨਾਂ 'ਤੇ ਖਰਚ ਹੁੰਦਾ ਸੀ। ਕਈ ਸਾਲਾਂ ਤੋਂ ਚੱਲ ਰਹੇ ਯੁੱਧਾਂ ਕਾਰਨ ਫਰਾਂਸ ਦਾ ਜਿਹੜਾ ਖਜ਼ਾਨਾ ਸੀ ਉਹ ਪੂਰੀ ਤਰ੍ਹਾਂ ਖਾਲੀ ਹੋ ਗਿਆ ਸੀ। ਫਰਾਂਸ ਨੂੰ ਕਈ ਤਰ੍ਹਾਂ ਦੇ ਬਹੁਤ ਟਾਈਮ ਤੱਕ ਯੁੱਧ ਲੜਨੇ ਪਏ, ਜਿਸ ਦੇ ਨਾਲ ਉਸਦਾ ਖਜ਼ਾਨਾ ਖਾਲੀ ਹੋ ਗਿਆ। ਦੂਸਰਾ, ਜਿਹੜੇ ਉੱਥੋਂ ਦੇ ਰਾਜਾ ਸੀਗਾ ਉਹ ਕਿਸੇ ਵਿਲਾਸਮਈ ਸ਼ਾਸਕ ਸੀਗਾ, ਔਰ ਆਪਣੀ ਵਿਲਾਸਤਾ ਨੂੰ ਪੂਰਾ ਕਰਨ ਲਈ ਉਹ ਬਹੁਤ ਜ਼ਿਆਦਾ ਖਰਚਾ ਸੀ ਜਿਹੜਾ ਕਰ ਦਿੰਦਾ ਸੀ। ਨੈਕਸਟ ਸਾਡੇ ਕੋਲ ਆ ਜਾਂਦਾ ਹੈ ਫਰਾਂਸੀਸੀ ਸਮਾਜ, ਜਿਹਦੇ ਵਿੱਚ 3 ਵਰਗ ਹੋਏ ਗਾਇਜ਼, ਪਾਦਰੀ ਵਰਗ, ਕੁਲੀਨ ਵਰਗ ਤੇ ਤੀਜਾ ਵਰਗ। ਠੀਕ ਹੈ, ਪਹਿਲਾ ਵਰਗ ਜਾਂ ਪਾਦਰੀ ਵਰਗ, ਜਿਸ ਨੂੰ 2 ਹਿੱਸੇ ਉੱਚ ਪੱਧਰੀ ਅਤੇ ਸਧਾਰਨ ਪੱਧਰੀ। ਉੱਚ ਪੱਧਰੀ ਵਿੱਚ ਕਿਹੜੇ ਲੋਕ ਆ ਜਾਂਦੇ ਸੀ ਗਾਇਜ਼? ਜੋ ਅਮੀਰ ਹੁੰਦੇ ਸਨ, ਜਿਨ੍ਹਾਂ ਕੋਲ ਬਹੁਤ ਪੈਸਾ ਜਾਂ ਪੈਸੇ ਦੇ ਉੱਪਰ ਪੂਰਾ ਦਾ ਪੂਰਾ ਉਹਨਾਂ ਦਾ ਅਧਿਕਾਰ ਹੁੰਦਾ ਸੀ। ਉੱਚ ਪਾਦਰੀ ਦੇ ਵਿੱਚ ਸਾਡੇ ਕੋਲ ਆ ਜਾਂਦਾ ਹੈ ਪ੍ਰਧਾਨ ਪਾਦਰੀ, ਧਰਮ ਅਧਿਕਸ਼ਟ ਅਤੇ ਮਹੰਤ। ਇਹ 3 ਕੈਟਾਗਰੀ ਦੇ ਲੋਕ ਆਉਂਦੇ ਸਨ। ਇਹ ਲੋਕ ਫਰਾਂਸ ਵਿੱਚ ਗਿਰਜਾ ਘਰ ਦਾ ਪ੍ਰਬੰਧ ਚਲਾਉਂਦੇ ਸਨ। ਚਰਚ ਦਾ ਜਿਹੜਾ ਪ੍ਰਬੰਧ ਸੀ ਉਹ ਇਹਨਾਂ ਦੁਆਰਾ ਚਲਾਇਆ ਜਾਂਦਾ ਸੀ। ਪ੍ਰਧਾਨ ਪਾਦਰੀ ਕੁੱਲ ਜਨਸੰਖਿਆ ਦਾ 1% ਹਿੱਸਾ ਹੀ ਉਹ ਹੁੰਦਾ ਸੀਗਾ। ਠੀਕ ਹੈ, ਲੋਕਾਂ ਕੋਲੋਂ ਗਿਰਜਾਘਰ ਟੈਕਸ ਇਕੱਠਾ ਕਰਨ ਦਾ ਅਧਿਕਾਰ ਇਹਨਾਂ ਦੇ ਕੋਲ ਹੁੰਦਾ ਸੀ। ਪ੍ਰਧਾਨ ਪਾਦਰੀ ਆਮ ਤੌਰ 'ਤੇ ਸਧਾਰਨ ਪਾਦਰੀਆਂ ਦਾ ਅਪਮਾਨ ਵੀ ਕਰ ਸਕਦਾ ਸੀ। ਸਧਾਰਨ ਲੋਕਾਂ ਨੂੰ ਕਹਿ ਲਓ ਕਿ ਅਪਮਾਨਜਨਕ ਸਥਿਤੀ ਵੀ ਉਹਨਾਂ ਲਈ ਪੈਦਾ ਕਰ ਸਕਦਾ ਸੀ। ਐਸ਼ੋ ਆਰਾਮ ਵਾਲਾ ਜੀਵਨ ਜੀਂਦੇ ਸਨ। ਸਧਾਰਨ ਪਾਦਰੀ ਈਸਾਈ ਮੱਠਾਂ ਵਿੱਚ ਰਹਿੰਦੇ ਸਨ। ਜਿਹੜੇ ਈਸਾਈ ਮੱਠ ਬਣੇ ਹੁੰਦੇ ਸਨ ਗਾਇਜ਼, ਜਿਹੜੇ ਸਧਾਰਨ ਪਾਦਰੀ ਉਹਨਾਂ ਵਿੱਚ ਹੀ ਆਪਣਾ ਜੀਵਨ ਸੀ ਜਿਹੜਾ ਬਿਤਾਉਂਦੇ ਸਨ। ਸਧਾਰਨ ਪਾਦਰੀ ਦੀ ਜੀਵਨ ਦੇ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਿਲਾਵਾਂ ਜਾਂ ਔਕੜਾਵਾਂ ਹੁੰਦੀਆਂ ਸਨ। ਨੈਕਸਟ ਸਾਡੇ ਕੋਲ ਆ ਜਾਂਦਾ ਹੈ ਕੁਲੀਨ ਵਰਗ। ਦੂਜਾ ਵਰਗ ਜਾਂ ਕੁਲੀਨ ਵਰਗ ਉਹ ਵਰਗ ਹੁੰਦਾ ਹੈ ਗਾਇਜ਼, ਜਿਸ ਵਿੱਚ ਕੁਲੀਨ ਅਤੇ ਰਈਸ ਪੈਸੇ ਵਾਲੇ ਲੋਕ ਸ਼ਾਮਿਲ ਹੁੰਦੇ ਹਨ। ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਕਰ ਨਹੀਂ ਦੇਣਾ ਪੈਂਦਾ, ਕੋਈ ਟੈਕਸ ਪੇ ਨਹੀਂ ਕਰਨਾ ਪੈਂਦਾ। ਭੂਮੀ ਰਾਹੀਂ ਧਨ ਨੂੰ ਇਕੱਠਾ ਕਰਦੇ ਹਨ। ਭੂਮੀ ਦੇ ਉੱਪਰ ਪੂਰਾ ਦਾ ਪੂਰਾ ਇਹਨਾਂ ਦਾ ਅਧਿਕਾਰ ਹੁੰਦਾ ਹੈ, ਅਤੇ ਭੂਮੀ ਤੋਂ ਜੋ ਵੀ ਟੈਕਸ ਆਉਂਦਾ ਹੈ ਉਸ ਦੇ ਨਾਲ ਇਹ ਇੱਕ ਅੱਛਾ ਜੀਵਨ ਬਤੀਤ ਕਰਦੇ ਹਨ। ਕੁੱਲ ਫਰਾਂਸੀਸੀ ਆਬਾਦੀ ਦਾ ਕੇਵਲ 2% ਭਾਗ ਹੀ ਸਨ। ਦੇਸ਼ ਦੀ ਕੁੱਲ ਭੂਮੀ ਦੇ 30% ਦੇ ਮਾਲਕ ਇਹੀ ਸਨ। ਤੀਜਾ ਵਰਗ ਸਾਡੇ ਕੋਲ ਆ ਜਾਂਦਾ ਹੈ ਟੈਕਸਿਸ। ਠੀਕ ਹੈ, ਪਹਿਲਾ ਵਰਗ ਤੇ ਦੂਜਾ ਵਰਗ। ਤੀਜਾ ਵਰਗ ਜਾਂ ਸਧਾਰਨ ਵਰਗ ਕੁੱਲ ਜਨਸੰਖਿਆ ਦਾ 97% ਭਾਗ ਤੀਜੇ ਵਰਗ ਦੇ ਲੋਕ ਜਾਂ ਸਧਾਰਨ ਵਰਗ ਦੇ ਲੋਕ ਸਨ। ਅਸਮਾਨ ਆਰਥਿਕ ਅਤੇ ਸਮਾਜਿਕ ਤੌਰ 'ਤੇ ਲੋਕ ਸਨ ਜਿਹੜੇ ਪਿਛੜੇ ਹੋਏ ਸਨ। ਕਹਿ ਲਓ ਕਿ ਇਹਨਾਂ ਨੂੰ ਬਹੁਤ ਨੀਵਾਂ ਸਮਝਿਆ ਜਾਂਦਾ ਸੀ। ਅਮੀਰ ਵਪਾਰੀ, ਅਦਾਲਤੀ ਤੇ ਕਾਨੂੰਨੀ ਅਧਿਕਾਰੀ ਅਤੇ ਸ਼ਾਹੂਕਾਰ। ਠੀਕ ਹੈ, ਨੈਕਸਟ ਸਾਡੇ ਕੋਲ ਆ ਜਾਂਦਾ ਹੈ ਕਿਸਾਨ, ਕਾਰੀਗਰ ਅਤੇ ਛੋਟੇ ਕਾਸ਼ਤਕਾਰ, ਭੂਮੀ ਰਹਿਤ ਮਜ਼ਦੂਰ ਅਤੇ ਨੌਕਰ ਸਭ ਤੋਂ ਜ਼ਿਆਦਾ ਟੈਕਸ ਦਿੰਦੇ ਸਨ। ਨੈਕਸਟ ਸਾਡੇ ਕੋਲ ਆ ਜਾਂਦਾ ਹੈ ਗਾਇਜ਼ ਕ੍ਰਾਂਤੀ ਸਮੇਂ ਫਰਾਂਸ ਦੀ ਆਰਥਿਕ ਸਥਿਤੀ ਕਿਹੋ ਜਿਹੀ ਸੀ? ਖੇਤੀਬਾੜੀ 'ਤੇ ਆਧਾਰਿਤ ਉੱਥੋਂ ਦੀ ਆਰਥਿਕ ਜਿਹੜੀ ਸਥਿਤੀ ਸੀ ਉਹ ਪੂਰੀ ਦੀ ਪੂਰੀ ਖੇਤੀ 'ਤੇ ਆਧਾਰਿਤ ਸੀ। ਖੇਤੀਬਾੜੀ ਨਾਲ ਸੰਬੰਧਿਤ ਜੋ ਵੀ ਆਮਦਨ ਹੁੰਦੀ ਸੀ ਲੋਕ ਉਹਦੇ 'ਤੇ ਹੀ ਆਪਣਾ ਨਿਰਵਾਹ ਕਰਦੇ ਸਨ।
ਕਿਸਾਨ ਕਰਾਂ ਦੇ ਪਾਰ ਹੇਠਾਂ ਦੱਬੇ ਹੋਏ ਸਨ। ਠੀਕ ਹੈ, ਕਿਸਾਨਾਂ ਨੂੰ ਕਹਿ ਲਓ ਕਿ ਬਹੁਤ ਜ਼ਿਆਦਾ ਟੈਕਸ ਪੇ ਕਰਨੇ ਪੈਂਦੇ ਸਨ, ਜਿਸ ਦੀ ਵਜ੍ਹਾ ਨਾਲ ਉਹਨਾਂ ਨੂੰ ਇੰਨੀ ਆਮਦਨ ਨਹੀਂ ਸੀ। ਕਰ ਦੋ ਪ੍ਰਕਾਰ ਦੇ ਸੀ, ਪ੍ਰਤੱਖ ਅਤੇ ਅਪ੍ਰਤੱਖ, ਸਿੱਧੇ ਤੌਰ 'ਤੇ ਅਤੇ ਅਸਿੱਧੇ ਤੌਰ 'ਤੇ, ਦੋ ਤਰ੍ਹਾਂ ਦੇ ਕਰ ਉਹਨਾਂ ਨੂੰ ਦੇਣੇ ਪੈਂਦੇ ਸਨ। ਪ੍ਰਤੱਖ ਕਰ ਜਿਵੇਂ ਕਿ ਭੂਮੀ ਕਰ, ਆਮਦਨ ਕਰ ਅਤੇ ਸੰਪੱਤੀ ਕਰ ਸਨ। ਅਪ੍ਰਤੱਖ ਕਰ ਨਮਕ ਕਰ ਅਤੇ ਤੰਬਾਕੂ ਆਦਿ ਵਸਤੂਆਂ 'ਤੇ ਲੱਗਣ ਵਾਲੇ ਕਰ ਸਨ। ਟਿੱਥੇ ਕਰ ਗਿਰਜਾਘਰਾਂ ਨੂੰ ਦਿੱਤਾ ਜਾਣ ਵਾਲਾ ਕਰ ਕਿਸਾਨਾਂ ਨੂੰ ਆਪਣੀ ਸਾਲਾਨਾ ਆਮਦਨੀ ਦਾ ਜਿਹੜਾ 10ਵਾਂ ਭਾਗ ਸੀ ਉਹ ਕਰ ਦੇ ਰੂਪ ਵਿੱਚ ਦੇਣਾ ਪੈਂਦਾ ਸੀ। ਪਹਿਲਾਂ ਸਵੇ ਇੱਛਾ ਨਾਲ ਦੇਣਾ ਪੈਂਦਾ ਸੀ, ਬਾਅਦ ਵਿੱਚ ਉਹ ਇਹ ਚੀਜ਼ ਲਾਜ਼ਮੀ ਕਰ ਦਿੱਤੀ ਗਈ, ਉਹਨਾਂ ਨੂੰ ਮਜਬੂਰੀ ਵਿੱਚ ਵੀ ਇਹ ਕਰ ਦੇਣਾ ਪੈਂਦਾ ਸੀ। ਟਾਇਲੇ ਕਰ ਰਾਜ ਨੂੰ ਦਿੱਤਾ ਜਾਣ ਵਾਲੇ ਕਰ ਨੂੰ ਉਸ ਨੂੰ ਅਸੀਂ ਟਾਇਲੇ ਕਰ ਕਹਿੰਦੇ ਹਾਂ। ਆਮ ਤੌਰ 'ਤੇ ਲਗਾਇਆ ਜਾਣ ਵਾਲਾ ਕਰ ਸੀ ਇਹ ਰਾਜਾ ਦੁਆਰਾ ਆਪਣੀ ਪ੍ਰਜਾ ਦੀ ਭੂਮੀ ਅਤੇ ਸੰਪੱਤੀ 'ਤੇ ਲਗਾਇਆ ਜਾਂਦਾ ਸੀ। ਰੋਜ਼ਾਨਾ ਲੋੜਾਂ ਦੀਆਂ ਵਸਤੂਆਂ ਜਿਵੇਂ ਕਿ ਨਮਕ ਅਤੇ ਤੰਬਾਕੂ 'ਤੇ ਇਸ ਤਰ੍ਹਾਂ ਦੇ ਕਰ ਲਗਾਏ ਜਾਂਦੇ ਸਨ। ਕਰ ਦਾ ਪ੍ਰਤੀਸ਼ਤ ਰਾਜੇ ਦੀ ਮਰਜ਼ੀ ਉੱਪਰ ਨਿਰਭਰ ਕਰਦਾ ਸੀ। ਫਰਾਂਸ ਦੇ ਵਿਦਵਾਨ ਅਤੇ ਜਿਨ੍ਹਾਂ ਨੇ ਸਰਕਾਰ ਵਧੀਕੀਆਂ 'ਤੇ ਚਾਨਣ ਪਾਇਆ ਹੈ, ਉਹਦੇ ਵਿੱਚ ਸਾਡੇ ਕੋਲ ਆ ਜਾਣਗੇ ਵਾਲਟੇਅਰ, ਜੋ ਕਿ 1694 ਤੋਂ 1678 ਤੱਕ ਇਹਨਾਂ ਦਾ ਸਮਾਂ ਕਾਲ ਮੰਨਿਆ ਜਾਂਦਾ ਹੈ। ਆਪਣੀਆਂ ਲਿਖਤਾਂ ਦੁਆਰਾ ਕੁਲੀਨ ਤੇ ਅਮੀਰਾਂ ਦੀ ਪਕੜ ਨੂੰ ਸਾਹਮਣੇ ਲਿਆਂਦਾ। ਉਸ ਅਨੁਸਾਰ ਸਾਰੇ ਧਰਮ ਕੀ ਸੀ? ਫਜ਼ੂਲ ਹਨ। ਉਸ ਅਨੁਸਾਰ ਸਾਰੇ ਧਰਮ ਤਰਕ ਦੇ ਖਿਲਾਫ ਹਨ। ਉਹਨਾਂ ਨੇ ਸਮਾਨ ਕਦਰਾਂ ਕੀਮਤਾਂ ਵਾਲੇ ਸਮਾਜ 'ਤੇ ਜ਼ੋਰ ਦਿੱਤਾ, ਜਿਸ ਵਿੱਚ ਸਾਰਿਆਂ ਦੇ ਜਿਹੜੀਆਂ ਵੈਲਿਊਜ਼ ਹਨ ਉਹ ਸੇਮ ਹੋਣ। ਇਸ ਤਰ੍ਹਾਂ ਕ੍ਰਾਂਤੀ ਦੀ ਅੱਗ ਹੋਰ ਤੇਜ਼ ਹੋ ਗਈ। ਰੂਸੋ ਨੈਕਸਟ ਸਾਡੇ ਕੋਲ ਜਿਹੜੇ ਥਾਟਸ ਕਹਿ ਲਓ ਕਿ ਜਿਨ੍ਹਾਂ ਦੇ ਸਾਹਮਣੇ ਆਉਂਦੇ ਹਨ ਉਹ ਸੀਗੇ 1712 ਤੋਂ 1778 ਤੱਕ। ਉਸਨੇ ਤਾਨਾਸ਼ਾਹੀ ਅਤੇ ਜ਼ਾਲਮ ਸ਼ਾਸਕਾਂ ਵਿਰੁੱਧ ਆਵਾਜ਼ ਉਠਾਈ। ਤਾਨਾਸ਼ਾਹੀ ਉਹੀ ਹੁੰਦੇ ਹੈਗਾ ਜਿਸ ਨੂੰ ਅਸੀਂ ਨਿਰਕੁਸ਼ ਆਖਦੇ ਹਨ। ਉਹਨਾਂ ਕਿਹਾ ਕਿ ਮਨੁੱਖ ਸੁਤੰਤਰ ਪੈਦਾ ਹੋਇਆ ਹੈ, ਠੀਕ ਹੈ, ਉਸ ਉੱਪਰ ਕਿਸੇ ਤਰ੍ਹਾਂ ਦੀ ਨਿਰਕੁਸ਼ਤਾ ਨਹੀਂ ਲਗਾਈ ਜਾਣੀ ਚਾਹੀਦੀ, ਨਾ ਹੀ ਉਹਨੂੰ ਜੰਜੀਰਾਂ ਵਿੱਚ ਜਕੜਿਆ ਜਾਣਾ ਚਾਹੀਦਾ ਹੈ। ਲੋਕਤੰਤਰ ਰਾਜ ਦੀ ਸਥਾਪਨਾ 'ਤੇ ਜ਼ੋਰ ਦਿੱਤਾ, ਡੈਮੋਕ੍ਰੇਟਿਕ 'ਤੇ ਜ਼ੋਰ ਦਿੱਤਾ ਕਿ ਲੋਕਾਂ ਦੇ ਕੋਲ ਪਾਵਰ ਹੋਣੀ ਚਾਹੀਦੀ ਹੈ, ਲੋਕ ਆਪਣੇ ਜਿਹੜੇ ਸ਼ਾਸਕ ਨੂੰ ਖੁਦ ਚੁਣਨ। ਸੋਸ਼ਲ ਕੰਟਰੈਕਟਰ ਕਿਤਾਬ ਇਹਨਾਂ ਦੁਆਰਾ ਲਿਖੀ ਗਈ ਇੱਕ ਕਿਤਾਬ ਹੈ। ਲੋਕਤੰਤਰ ਨੂੰ ਸਭ ਤੋਂ ਵਧੀਆ ਸਰਕਾਰ ਇਹਨਾਂ ਨੇ ਮੰਨਿਆ। ਉਹ ਨੈਕਸਟ ਸਾਡੇ ਕੋਲ ਆ ਜਾਂਦਾ ਹੈ ਮਾਂਟੈਸਕਿਊ, ਜੋ ਕਿ 1689 ਤੋਂ 1775 ਤੱਕ ਦਾ ਇਹਨਾਂ ਦਾ ਟਾਈਮ ਪੀਰੀਅਡ ਹੈ। ਮਹਾਨ ਵਿਦਵਾਨ ਤੇ ਦਾਰਸ਼ਨਿਕ ਸਨ। ਇਹ ਰਾਜੇ ਤੇ ਦੇਵੀ ਅਧਿਕਾਰਾਂ ਨੂੰ ਚੁਣੌਤੀ ਦਿੰਦੇ ਸਨ। ਸੰਵਿਧਾਨਿਕ ਰਾਜਤੰਤਰ ਦੀ ਰੂਪਰੇਖਾ ਤਿਆਰ ਕੀਤੀ ਇਹਨਾਂ ਨੇ। ਇੱਕ ਕੌਨਸਟੀਟਿਊਸ਼ਨ ਕਹਿ ਲਓ ਕਿ ਜਿਹੜੀ ਸੀ ਉਹ ਤਿਆਰ ਕੀਤੀ। ਸਰਕਾਰ ਦੀਆਂ ਸ਼ਕਤੀਆਂ ਨੂੰ ਵਿਧਾਨਪਾਲਿਕਾ, ਕਾਰਜਪਾਲਿਕਾ ਤੇ ਨਿਆਂਪਾਲਿਕਾ 'ਤੇ ਆਧਾਰਿਤ ਕਰਨ ਉੱਪਰ ਇਹਨਾਂ ਨੇ ਜ਼ੋਰ ਦਿੱਤਾ। ਲੋਕਤੰਤਰ ਸਰਕਾਰ ਇਹਨਾਂ ਲਈ ਸਭ ਤੋਂ ਉੱਤਮ ਸੀ। ਅਮਰੀਕਾ ਵਿੱਚ ਲੋਕਤੰਤਰ ਲਾਗੂ ਕੀਤਾ ਜਾਵੇ। ਨੈਕਸਟ ਸਾਡੇ ਕੋਲ ਆ ਗਿਆ ਕ੍ਰਾਂਤੀ ਦਾ ਆਰੰਭ ਕਹਿ ਲਓ। ਕ੍ਰਾਂਤੀ ਦਾ ਆਰੰਭ ਗਾਈਜ਼ ਅਸੀਂ ਕਰਾਂਗੇ ਬਾਅਦ ਵਿੱਚ, ਠੀਕ ਹੈ। ਅੱਜ ਸਾਡੀ ਵੀਡੀਓ ਅਸੀਂ ਇੱਥੇ ਹੀ ਖ਼ਤਮ ਕਰਾਂਗੇ। ਓਕੇ ਗਾਈਜ਼, ਬਾਏ। ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰੋ, ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰੋ। ਬਾਏ।